हाँ जी, सो सत श्री अकाल जी साਰਿਆਂ ਨੂੰ ਵੈਲਕਮ ਬੈਕ ਟੂ ਅਪੈਕਸ ਇੰਸਟੀਚਿਊਟ। ਸੋ ਅਪੈਕਸ ਇੰਸਟੀਚਿਊਟ ਦੀ ਆਨਲਾਈਨ YouTube ਕਲਾਸਿਸ ਦੇ ਵਿੱਚ ਇੱਕ ਵਾਰੀ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਸੋ ਜਿਵੇਂ ਕਿ ਤੁਹਾਨੂੰ ਪਤਾ ਆਪਾਂ ਡਿਸਕਸ ਕਰ ਰਹੇ ਸੀ ਆਪਣੇ EVS ਦੇ ਮੋਸਟ ਇੰਪੋਰਟੈਂਟ MCQs ਨੂੰ, ਤੇ ਅੱਜ ਦੀ ਕਲਾਸ ਦੇ ਵਿੱਚ ਵੀ ਆਪਾਂ ਆਪਣੇ এনवायरमेंट ਦੇ EVS ਦੇ ਮੋਸਟ ਇੰਪੋਰਟੈਂਟ MCQs ਨੂੰ ਡਿਸਕਸ ਕਰਾਂਗੇ ਜੋ ਕਿ ਤੁਹਾਨੂੰ ਪਿਛਲੇ ਐਗਜ਼ਾਮੀਨੇਸ਼ਨਸ ਦੇ ਵਿੱਚ ਵੀ ਪੁੱਛੇ ਗਏ ਹੈ। ਠੀਕ ਹੈ ਜੀ, ਸੋ ਡੇਲੀ ਆਪਣੀ 4 ਵਜੇ ਲਾਈਵ ਕਲਾਸ ਹੁੰਦੀ ਹੈ। ਠੀਕ ਹੈ ਜੀ, ਤੇ ਅੱਜ ਆਪਣੀ 10th ਕਲਾਸ ਹੈ ਜੀ EVS ਦੀ। ਇਸ ਤੋਂ ਪਹਿਲਾਂ ਵਾਲੀਆਂ ਕਲਾਸਿਸ ਤੁਸੀਂ ਪਿਛਲੀਆਂ 9 ਕਲਾਸਿਸ ਤੁਸੀਂ ਅਪੈਕਸ ਇੰਸਟੀਚਿਊਟ ਦੇ YouTube ਚੈਨਲ ਤੇ ਦੇਖ ਸਕਦੇ ਹੋ। ਠੀਕ ਹੈ ਜੀ, ਸੋ ਸਟਾਰਟ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ। ਠੀਕ ਹੈ ਜੀ, ਤੇ ਦੇਖਦੇ ਹਾਂ ਅੱਜ ਦਾ ਆਪਣਾ ਫਰਸਟ ਕੁਐਸਚਨ ਕੀ ਹੈ। ਸੋ ਪਹਿਲਾ ਕੁਐਸਚਨ ਆਪਾਂ ਨੂੰ ਆਇਆ ਸੀ ਵੀ ਪਸ਼ੂਆਂ ਦਾ ਜਿਹੜਾ ਗੋਹਾ ਹੈ ਐਨੀਮਲ ਡੰਗ ਉਹ ਕਿਹੜਾ ਕੀ ਹੁੰਦਾ, ਕਿਹੜਾ ਵੇਸਟ ਹੁੰਦਾ, ਉਹ ਜੈਵ ਵਿਘਟਨਸ਼ੀਲ ਹੁੰਦਾ ਹੈ ਜਾਂ ਫਿਰ ਜੈਵ ਅਵਿਘਟਨਸ਼ੀਲ ਹੁੰਦਾ ਹੈ, ਖਤਰਨਾਕ ਹੈ ਕਿ ਜ਼ਹਿਰੀਲਾ ਹੈ। ਠੀਕ ਹੈ, ਯਾਨੀ ਕਿ ਬਾਇਓਡਿਗ੍ਰੇਡੇਬਲ ਹੈ, ਨॉन ਬਾਇਓਡਿਗ੍ਰੇਡੇਬਲ, ਹੈਜ਼ਰਡਸ ਹੈ ਕਿ ਟੌਕਸਿਕ ਹੈ। ਸੋ ਆਪਣੇ ਨਾਲ ਤੁਸੀਂ ਸਾਰੇ ਸੋਚ ਸਕਦੇ ਹੋ, ਆਪਣੇ ਆਨਸਰ ਤੁਸੀਂ ਨਾਲ ਦਿਓ। ਸੋ ਐਨੀਮਲ ਜਿਹੜਾ ਡੰਗ ਹੈ ਪਸ਼ੂਆਂ ਦਾ ਗੋਹਾ ਹੈ ਉਹ ਜੈਵ ਵਿਘਟਨਸ਼ੀਲ ਹੈ। ਜੈਵ ਵਿਘਟਨਸ਼ੀਲ ਮਤਲਬ ਇਹ ਹੁੰਦਾ ਹੈ ਵੀ ਉਹ ਵਾਤਾਵਰਨ ਨੂੰ ਖਰਾਬ ਨਹੀਂ ਕਰਦਾ, ਬਾਇਓਡਿਗ੍ਰੇਡ ਹੋ ਜਾਂਦਾ ਹੈ। ਠੀਕ ਹੈ, ਬਾਇਓਡਿਗ੍ਰੇਡ ਹੋ ਜਾਂਦਾ ਹੈ। ਠੀਕ ਹੈ, ਵੀ ਉਹ ਖਤਮ ਹੋ ਜਾਂਦਾ ਕਿਸੇ ਟਾਈਮ ਬਾਅਦ। ਹੁਣ ਜਿਵੇਂ ਆਪਾਂ ਦੇਖੋ ਪਲਾਸਟਿਕ ਦੀ ਗੱਲ ਕਰਦੇ ਹਾਂ, ਪਲਾਸਟਿਕ ਹੋ ਗਿਆ ਜਾਂ ਆਪਣੇ ਜਿਹੜੇ ਪੋਲੀਥੀਨ ਹੋ ਗਏ ਹਨਾ, ਪੋਲੀਥੀਨ, ਇਹ ਚੀਜ਼ਾਂ ਬਹੁਤ ਲੰਬੇ ਸਮੇਂ ਤੱਕ ਆਪਣੇ ਵਾਤਾਵਰਨ ਜਾਂ ਫਿਰ ਆਪਣੀ ਕੁਦਰਤ ਦੇ ਵਿੱਚ ਰਹਿੰਦੀਆਂ, ਇਹ ਚੀਜ਼ਾਂ ਖਤਮ ਨਹੀਂ ਹੁੰਦੀਆਂ। ਸੋ ਪੋਲੀਥੀਨ ਨੂੰ ਜੇ ਆਪਾਂ ਕਵਾਂਗੇ ਤਾਂ ਆਪਾਂ ਨॉन ਬਾਇਓਡਿਗ੍ਰੇਡੇਬਲ ਕਵਾਂਗੇ, ਜੈਵ ਅਵਿਘਟਨਸ਼ੀਲ ਕਵਾਂਗੇ ਪੋਲੀਥੀਨ ਨੂੰ। ਲੇਕਿਨ ਜਿਹੜਾ ਐਨੀਮਲ ਡੰਗ ਹੈ ਹਨਾ, ਇਹ ਕੀ ਹੈ, ਬਾਇਓਡਿਗ੍ਰੇਡੇਬਲ। ਬਾਕੀ ਆਪਾਂ ਨੂੰ ਇਹ ਚੀਜ਼ ਪਤਾ ਵੀ ਹੈ ਬਾਇਓਗੈਸ ਦੇ ਵਿੱਚ ਵੀ, ਬਾਇਓਗੈਸ ਜਿਹੜੇ ਪਲਾਂਟਸ ਹੁੰਦੇ ਆ ਇਹਨਾਂ ਦੇ ਵਿੱਚ ਵੀ ਆਪਾਂ ਪਸ਼ੂਆਂ ਦਾ ਗੋਹਾ ਯੂਜ਼ ਕਰ ਲੈਂਦੇ ਆ, ਜਿਹਦੇ ਵਿੱਚੋਂ ਆਪਾਂ ਕਿਹੜੀ ਗੈਸ ਬਣਾ ਸਕਦੇ ਹਾਂ, ਮੀਥੇਨ, ਹਨਾ। ਮੀਥੇਨ ਗੈਸ ਦਾ ਫਾਰਮੂਲਾ ਕੀ ਹੈ, CH4। ਮੀਥੇਨ ਗੈਸ ਦਾ ਇੱਕ ਦੂਸਰਾ ਨਾਮ ਵੀ ਹੈ, ਮੀਥੇਨ ਗੈਸ ਨੂੰ ਆਪਾਂ ਮਾਰਸ਼ ਗੈਸ ਵੀ ਕਹਿ ਦਿੰਦੇ, ਤੇ ਮੀਥੇਨ ਗੈਸ ਨੂੰ ਆਪਾਂ ਡੈਂਪ ਗੈਸ ਵੀ ਕਹਿ ਦਿੰਦੇ। ਠੀਕ ਹੈ ਜੀ, ਸੋ ਇੰਪੋਰਟੈਂਟ ਹੈ। ਮੀਥੇਨ ਦਾ ਫਾਰਮੂਲਾ CH4, ਇਹਨੂੰ ਡੈਮ ਗੈਸ ਤੇ ਮਾਰਸ਼ ਗੈਸ ਵੀ ਆਪਾਂ ਕਹਿ ਦਿੰਦੇ। ਠੀਕ ਹੈ, ਮੀਥੇਨ। ਸੋ ਬਾਇਓਗੈਸ ਪਲਾਂਟਸ ਦੇ ਵਿੱਚ ਆਪਾਂ ਪਸ਼ੂਆਂ ਦਾ ਗੋਹਾ ਵੀ ਯੂਜ਼ ਕਰਦੇ। ਠੀਕ ਹੈ, ਸੋ ਆਨਸਰ ਹੋਊਗਾ ਆਪਣਾ A ਆਪਸ਼ਨ। ਕਲੀਅਰ ਹੈ ਜੀ। ਚਲਦੇ ਨੈਕਸਟ ਕੁਐਸਚਨ ਤੇ। ਸੈਕਿੰਡ ਕੁਐਸਚਨ ਆਪਾਂ ਨੂੰ ਪੇਪਰ ਚ ਆਇਆ ਸੀ, ਉਸ ਪ੍ਰਕਿਰਿਆ ਦਾ ਨਾਮ ਦੱਸੋ ਜਿਸ ਵਿੱਚ ਇੱਕ ਹਾਨੀਕਾਰਕ ਰਸਾਇਣ ਭੋਜਨ ਲੜੀ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਭੋਜਨ ਲੜੀ ਦੇ ਵਿੱਚ ਹਰੇਕ ਪੱਧਰ ਤੇ ਕੇਂਦਰਿਤ ਹੋ ਜਾਂਦਾ ਹੈ। ਵੀ ਇੱਕ ਹਾਰਮਫੁਲ ਕੈਮੀਕਲ ਐਂਟਰਸ ਦਾ ਫੂਡ ਚੇਨ ਚ ਆ ਗਿਆ ਐਂਡ ਗੈਟ ਕਨਸੈਂਟਰੇਟਡ ਐਟ ਈਚ ਲੈਵਲ, ਹਨਾ। ਦੇਖੋ ਉਹਨੂੰ ਸਗਨਤਾ ਵੀ ਨਹੀਂ ਬੋਲਦੇ ਆਪਾਂ, ਕੰਸੈਂਟ੍ਰੇਸ਼ਨ, ਐਕਸਪੈਂਸ਼ਨ ਵਿਸਥਾਰ ਵੀ ਨਹੀਂ ਬੋਲਦੇ, ਪ੍ਰਦੂਸ਼ਣ ਵੀ ਨਹੀਂ ਬੋਲਦੇ, ਇਸ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਬਾਇਓਮੈਗਨੀਫਿਕੇਸ਼ਨ। ਸੋ B ਆਪਸ਼ਨ ਇਜ਼ ਦਾ ਕਰੈਕਟ ਆਂਸਰ, ਦੈਟ ਇਜ਼ ਬਾਇਓਮੈਗਨੀਫਿਕੇਸ਼ਨ। ਸੋ ਬਾਇਓਮੈਗਨੀਫਿਕੇਸ਼ਨ ਇੱਕ ਉਹ ਸਿਧਾਂਤ ਹੈ, ਇੱਕ ਉਹ ਪ੍ਰਕਿਰਿਆ ਹੈ ਹਨਾ, ਜਿਹਦੀ ਆਪਾਂ ਨੂੰ ਦੇਖੋ ਡੈਫੀਨੇਸ਼ਨ ਹੀ ਪੁੱਛੀ ਗਈ, ਇਹਦੇ ਚ ਡੈਫੀਨੇਸ਼ਨ ਲਿਖੀ ਹੈ ਵੀ ਇੱਕ ਉਹ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਹਾਨੀਕਾਰਕ ਰਸਾਇਣ ਭੋਜਨ ਲੜੀ ਦੇ ਵਿੱਚ ਦਾਖਲ ਹੁੰਦਾ ਹੈ ਅਤੇ ਭੋਜਨ ਲੜੀ ਦੇ ਵਿੱਚ ਹਰੇਕ ਪੱਧਰ ਤੇ ਕੇਂਦਰਿਤ ਹੋ ਜਾਂਦਾ ਹੈ। ਇਸ ਪ੍ਰੋਸੈਸ ਨੂੰ ਆਪਾਂ ਬਾਇਓਮੈਗਨੀਫਿਕੇਸ਼ਨ ਕਹਿ ਦਿੰਦੇ। ਠੀਕ ਹੈ ਜੀ। ਹੁਣ ਦੇਖੋ ਜਿਵੇਂ ਪ੍ਰਦੂਸ਼ਣ ਦੀ ਗੱਲ ਕਰੀਏ, ਬਹੁਤ ਕਿਸਮਾਂ ਦਾ ਆਪਣੇ ਕੋਲ ਪ੍ਰਦੂਸ਼ਣ ਹੈ, ਵਾਟਰ ਪੋਲਿਊਸ਼ਨ ਹੈ, 에ਅਰ ਪੋਲਿਊਸ਼ਨ ਹੈ, ਹਨਾ। ਕਿਸਮਾਂ ਆਪਣੇ ਕੋਲ ਬਹੁਤ ਸਾਰੀ ਕਿਸਮਾਂ ਪ੍ਰਦੂਸ਼ਣ ਦੀਆਂ। ਹੁਣ ਪ੍ਰਦੂਸ਼ਣ ਤੋਂ ਬਚਣ ਲਈ ਆਪਣੇ ਇੰਡੀਆ 'ਚ ਇੱਕ ਡਿਪਾਰਟਮੈਂਟ ਹੈ, ਇੱਕ ਟ੍ਰਿਬਿਊਨਲ ਹੈ ਜਿਹਦਾ ਨਾਮ ਹੈ NGT। NGT ਦੀ ਫੁੱਲ ਫਾਰਮ ਆਪਾਂ ਯਾਦ ਰੱਖਣੀ ਹੈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਹੁਣ ਇਸ ਟ੍ਰਿਬਿਊਨਲ ਦਾ ਮੇਨ ਕੰਮ ਕੀ ਹੈ, ਭਾਰਤ ਦੇ ਵਿੱਚੋਂ ਤੇ ਸਪੈਸ਼ਲੀ ਆਪਣੀ ਦਿੱਲੀ ਦੇ ਵਿੱਚੋਂ ਜੋ ਕਿ ਆਪਣੀ ਕੈਪੀਟਲ ਹੈ ਉਹਦੇ ਵਿੱਚੋਂ ਪੋਲਿਊਸ਼ਨ ਨੂੰ ਖਤਮ ਕਰਨਾ। ਸੋ NGT ਇਹਦੇ ਆਪਾਂ ਨੂੰ ਹੈੱਡਕੁਆਟਰ ਵੀ ਪੁੱਛ ਸਕਦੇ ਆ, ਹੈੱਡਕੁਆਟਰ ਵੀ ਇਹਦੇ ਕਿੱਥੇ ਹੈ, ਦਿੱਲੀ ਦੇ ਵਿੱਚ। ਤੇ ਫੁੱਲ ਫਾਰਮ ਬਹੁਤ ਇੰਪੋਰਟੈਂਟ ਹੈ NGT ਦੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ। ਠੀਕ ਹੈ ਜੀ, ਚਲੋ ਚਲਦੇ ਨੈਕਸਟ ਕੁਐਸਚਨ ਤੇ। ਅਗਲਾ ਕੁਐਸਚਨ ਦੇਖੋ ਕੀ ਹੈ ਜੀ, ਆਪਾਂ ਨੂੰ ਪੇਪਰ ਚ ਆਇਆ ਸੀ ਤੀਸਰਾ ਕੁਐਸਚਨ, ਅਮੀਬੀ ਪੇਚਸ, ਠੀਕ ਹੈ, ਦੇ ਨਾਲ ਕਿਹੜਾ ਰੋਗਾਣੂ ਜੁੜਿਆ ਹੋਇਆ ਹੈ, which pathogen is associated with amoebic dysentery। ਅਮੀਬਿਕ ਡਾਇਸੈਂਟਰੀ ਇੱਕ ਬਿਮਾਰੀ ਹੈ, ਇਹ ਕਿਸ ਤੋਂ ਹੁੰਦੀ ਹੈ ਆਪਾਂ ਇਹ ਦੱਸਣਾ ਹੈ। ਠੀਕ ਹੈ ਜੀ, ਸੋ ਇਹ ਹੁੰਦਾ ਜੀ ਪ੍ਰੋਟੋਜ਼ੋਆ ਤੋਂ। ਸੋ A ਆਪਸ਼ਨ ਇਜ਼ ਦਾ ਕਰੈਕਟ ਆਂਸਰ, ਦੈਟ ਇਜ਼ ਪ੍ਰੋਟੋਜ਼ੋਆ। ਹੁਣ ਪ੍ਰੋਟੋਜ਼ੋਆ ਕੀ ਹੈ, ਪ੍ਰੋਟੋਜ਼ੋਆ ਇੱਕ ਉਹ ਚੀਜ਼ ਹੈ ਜੋ ਬਿਮਾਰੀਆਂ ਨੂੰ ਕ੍ਰੀਏਟ ਕਰਦੀ ਹੈ। ਠੀਕ ਹੈ, ਇਹਨਾਂ ਨੂੰ ਆਪਾਂ ਪੈਥੋਜਨਸ ਵੀ ਕਹਿ ਦਿੰਦੇ ਹਾਂ। ਦੇਖੋ ਪੈਥੋਜਨਸ ਕੀ ਹੁੰਦੇ ਆ, ਪੈਥੋਜਨਸ ਹੁੰਦੇ ਆ ਬਿਮਾਰੀਆਂ ਨੂੰ ਜੋ ਕ੍ਰੀਏਟ ਕਰਦਾ ਹੈ।
ਜਿਵੇਂ ਦੇਖੋ ਵਾਇਰਸ ਇੱਕ ਪੈਥੋਜਨ ਹੈ, ਕੋਈ ਵੀ ਬਿਮਾਰੀ ਆਪਾਂ ਨੂੰ ਵਾਇਰਸ ਤੋਂ ਹੋ ਸਕਦੀ ਹੈ, ਕੋਈ ਵੀ ਬਿਮਾਰੀ ਆਪਾਂ ਨੂੰ ਬੈਕਟੀਰੀਆ ਤੋਂ ਹੋ ਸਕਦੀ ਹੈ, ਕੋਈ ਵੀ ਬਿਮਾਰੀ ਆਪਾਂ ਨੂੰ ਫੰਗਸ ਤੋਂ ਹੋ ਸਕਦੀ ਹੈ, ਜਾਂ ਫਿਰ ਕੋਈ ਵੀ ਬਿਮਾਰੀ ਆਪਾਂ ਨੂੰ ਪ੍ਰੋਟੋਜ਼ੋਆ ਤੋਂ ਹੋ ਸਕਦੀ ਹੈ। ਸੋ ਇਹ ਸੂਖਮ ਜੀਵ ਹੁੰਦੇ ਆ ਜੋ ਆਪਣੇ ਬਿਮਾਰੀਆਂ ਨੂੰ ਕ੍ਰੀਏਟ ਕਰਦੇ। ਠੀਕ ਹੈ ਜੀ। ਸੋ ਮੈਂ ਅਮੀਬਿਕ ਡਾਇਸੈਂਟਰੀ ਇੱਕ ਬਿਮਾਰੀ ਹੈ ਜੋ ਕਿਸ ਤੋਂ ਹੁੰਦੀ ਹੈ, ਪ੍ਰੋਟੋਜ਼ੋਆ ਤੋਂ। ਠੀਕ ਹੈ ਜੀ। ਸੋ ਯਾਦ ਰੱਖਣਾ। ਦੇਖੋ ਤੁਸੀਂ ਇੱਕ ਬਿਮਾਰੀ ਜ਼ਰੂਰ ਸਾਰਿਆਂ ਨੇ ਸੁਣੀ ਹੋਊਗੀ, ਪਿਛਲੀ ਕਲਾਸ ਦੇ ਵਿੱਚ ਵੀ ਆਪਾਂ ਇਹਦੀ ਗੱਲ ਕੀਤੀ ਸੀ, ਮਲੇਰੀਆ। ਸੋ ਮਲੇਰੀਆ ਜਿਹੜੀ ਬਿਮਾਰੀ ਹੈ ਉਹ ਵੀ ਪ੍ਰੋਟੋਜ਼ੋਆ ਤੋਂ ਹੀ ਹੁੰਦੀ ਹੈ। ਠੀਕ ਹੈ ਜੀ, ਉਹ ਵੀ ਪ੍ਰੋਟੋਜ਼ੋਆ ਤੋਂ ਹੀ ਹੁੰਦੀ ਹੈ। ਬੈਕਟੀਰੀਆ ਤੋਂ ਤੁਸੀਂ ਸੁਣਿਆ ਹੋਊਗਾ, ਜਿਵੇਂ ਹੁਣ ਟਾਈਫਾਇਡ ਨਾਮ ਦੀ ਬਿਮਾਰੀ ਹੈ, ਟਾਈਫਾਇਡ। ਹੁਣ ਟਾਈਫਾਇਡ ਨਾਮ ਦੀ ਬਿਮਾਰੀ ਕਿਸ ਤੋਂ ਹੁੰਦੀ ਹੈ, ਬੈਕਟੀਰੀਆ ਤੋਂ ਹੁੰਦੀ ਹੈ। ਤੇ ਇਹਦਾ ਕਈ ਵਾਰ ਆਪਾਂ ਨੂੰ ਬੈਕਟੀਰੀਆ ਵੀ ਪੁੱਛ ਲੈਂਦੇ ਆ, ਇਹਦੇ ਬੈਕਟੀਰੀਆ ਦਾ ਨਾਮ ਹੈ ਜੀ ਸਾਲਮੋਨੈਲਾ ਟਾਈਫੀ। ਸਾਲਮੋਨੈਲਾ ਟਾਈਫੀ। ਸੋ ਸਾਲਮੋਨੈਲਾ ਟਾਈਫੀ ਬੈਕਟੀਰੀਆ ਹੈ ਜੋ ਕਿ ਟਾਈਫਾਇਡ ਨੂੰ ਕ੍ਰੀਏਟ ਕਰਦਾ ਹੈ। ਵਾਇਰਸ ਤਾਂ ਤੁਹਾਨੂੰ ਪਤਾ ਹੀ ਹੈ ਜੀ, ਜਿਵੇਂ ਏਡਜ਼ ਹੋ ਗਿਆ, ਏਡਜ਼ ਇੱਕ ਬਿਮਾਰੀ ਹੈ ਜੋ ਵਾਇਰਸ ਤੋਂ ਹੁੰਦੀ ਹੈ। ਏਡਜ਼ ਦੇ ਵਾਇਰਸ ਦਾ ਨਾਮ ਕੀ ਹੈ, HIV ਵਾਇਰਸ। HIV ਦੀ ਆਪਾਂ ਨੂੰ ਫੁੱਲ ਫਾਰਮ ਵੀ ਪੁੱਛ ਲੈਂਦੇ ਆ, ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ। ਡੈਫੀਸ਼ੀਐਂਸੀ ਵਰਡ ਵਿੱਚ ਯੂਜ਼ ਕਰਨਾ ਬਹੁਤ ਜ਼ਰੂਰੀ ਹੈ। ਆਪਾਂ ਨੂੰ ਲੱਗਦਾ HIV ਹਿਊਮਨ ਇਮਿਊਨਸ ਵਾਇਰਸ ਹੋਊਗਾ, ਉਹ ਗਲਤ ਹੈ। HIV ਦੀ ਫੁੱਲ ਫਾਰਮ ਹੈ ਹਿਊਮਨ ਇਮਿਊਨੋ ਡੈਫੀਸ਼ੀਐਂਸੀ ਵਾਇਰਸ, ਹੈ ਨਾ। ਕੱਲ 1 ਦਸੰਬਰ ਸੀ, 1 ਦਸੰਬਰ ਨੂੰ ਏਡਸ ਡੇ ਵੀ ਹੁੰਦਾ ਹੈ, ਏਡਸ ਡੇ। ਏਡਸ ਦੀ ਫੁੱਲ ਫਾਰਮ ਹੈ ਜੀ ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ, ਐਕਵਾਇਰਡ ਇਮਿਊਨੋ ਡੈਫੀਸ਼ੀਐਂਸੀ ਸਿੰਡਰੋਮ। ਠੀਕ ਹੈ ਜੀ। ਵਾਇਰਸ, ਹੁਣ ਤਾਂ ਕਰੋਨਾ ਵਾਇਰਸ ਵੀ ਕਾਫੀ ਚੱਲਿਆ, ਵੀ ਵਾਇਰਸ ਤੋਂ ਹੀ ਹੋਇਆ ਸੀ ਕਰੋਨਾ ਵੀ। ਠੀਕ ਹੈ। ਕੀੜਿਆਂ ਤੋਂ ਵੀ ਅੱਡ ਅੱਡ ਬਿਮਾਰੀਆਂ ਆਪਾਂ ਨੂੰ ਹੋ ਸਕਦੀਆਂ। ਇਹ ਜਿਹੜੇ ਇੰਪੋਰਟੈਂਟ ਬਿਮਾਰੀਆਂ ਦੇ ਨਾਮ ਹੈ ਉਹ ਮੈਂ ਦੱਸਦੇ। ਠੀਕ ਹੈ ਜੀ। ਸੋ ਆਂਸਰ ਹੋਊਗਾ ਤੀਸਰੇ ਦਾ ਆਪਣਾ A ਆਪਸ਼ਨ। ਚੌਥਾ ਕੁਐਸਚਨ ਦੇਖੋ, ਆਪਾਂ ਨੂੰ ਐਗਜ਼ਾਮ ਚ ਆਇਆ ਸੀ, ਹਰੀਕੇ ਵੈਟਲੈਂਡ ਵਿਖੇ ਕਿਹੜੀ ਨਦੀਆਂ ਦਾ ਸੰਗਮ ਹੁੰਦਾ ਹੈ। ਹਾਂਜੀ, ਸੋ ਹਰੀਕੇ ਵੈਟਲੈਂਡ ਦੇ ਵਿੱਚ ਕਿਹੜੀ ਨਦੀਆਂ ਮਿਲਦੀਆਂ। ਤਾਂ ਆਪਸ਼ਨਸ ਕੀ ਹੈ, ਸਤਲੁਜ ਬਿਆਸ, ਸਤਲੁਜ ਰਾਵੀ, ਬਿਆਸ ਰਾਵੀ ਜਾਂ ਸਤਲੁਜ ਚੇਨਾਬ। ਸੋ ਇਹ ਸਾਰਿਆਂ ਨੂੰ ਕਲੀਅਰ ਹੈ ਜੀ, ਹਰੀਕੇ ਵੈਟਲੈਂਡ ਦੇ ਵਿੱਚ ਦੋ ਨਦੀਆਂ ਮਿਲਦੀਆਂ ਆਪਣੀਆਂ, ਸਤਲੁਜ ਤੇ ਬਿਆਸ। ਸੋ ਇਹ ਆਪਸ਼ਨ ਇਜ਼ ਦਾ ਕਰੈਕਟ ਆਂਸਰ, ਸਤਲੁਜ ਐਂਡ ਬਿਆਸ। ਸੋ ਸਤਲੁਜ ਜਿਹੜੀ ਨਦੀ ਹੈ, ਸਤਲੁਜ ਨਦੀ ਨੂੰ ਆਪਾਂ ਬੈਕਬੋਨ ਆਫ ਪੰਜਾਬ ਵੀ ਕਹਿ ਦਿੰਦੇ, ਬੈਕਬੋਨ ਆਫ ਪੰਜਾਬ ਵੀ ਕਹਿ ਦਿੰਦੇ ਆ। ਠੀਕ ਹੈ। ਸਤਲੁਜ ਨਦੀ ਦੇ ਕਿਨਾਰੇ ਆਪਾਂ ਨੂੰ ਸ਼ਹਿਰ ਪੁੱਛੇ ਜਾਂਦੇ ਆ ਪੰਜਾਬ ਦੇ, ਕਿਹੜੇ ਹੈ, ਇੱਕ ਹੈ ਲੁਧਿਆਣਾ, ਦੂਸਰਾ ਹੈ ਫਿਰੋਜ਼ਪੁਰ। ਸੋ ਲੁਧਿਆਣਾ ਤੇ ਫਿਰੋਜ਼ਪੁਰ ਜਿਹੜੇ ਸ਼ਹਿਰ ਹੈ ਇਹ ਵੀ ਆਪਣੇ ਸਤਲੁਜ ਨਦੀ ਦੇ ਕਿਨਾਰੇ ਹੈ। ਹੁਣ ਜਿਵੇਂ ਦੇਖੋ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ ਜੋ ਕਿ ਆਪਣੇ ਇੰਡੀਆ ਦੀ ਕੈਪੀਟਲ ਹੈ। ਹੁਣ ਦਿੱਲੀ ਜਿਹੜਾ ਸ਼ਹਿਰ ਹੈ ਇਹ ਯਮੁਨਾ ਨਦੀ ਦੇ ਕਿਨਾਰੇ, ਯਮੁਨਾ। ਸੋ ਦਿੱਲੀ ਜਿਹੜਾ ਸ਼ਹਿਰ ਹੋ ਗਿਆ, ਦੂਸਰਾ ਆਗਰਾ, ਤੀਸਰਾ ਮਥੁਰਾ। ਇਹ ਤਿੰਨੋਂ ਜਿਹੜੇ ਸ਼ਹਿਰ ਹੈ ਇਹ ਯਮੁਨਾ ਨਦੀ ਦੇ ਕਿਨਾਰੇ ਹੈ। ਠੀਕ ਹੈ ਜੀ। ਸੋ ਇਹ ਇੰਪੋਰਟੈਂਟ ਹੈ। ਸੋ ਆਂਸਰ ਹੋਊਗਾ ਆਪਣਾ A ਆਪਸ਼ਨ। ਠੀਕ ਹੈ ਜੀ। ਚਲੋ, ਹਰੀਕੇ ਵੈਟਲੈਂਡ ਸਤਲੁਜ ਤੇ ਬਿਆਸ ਚ ਮਿਲਦੀਆਂ, ਤਰਨ ਤਾਰਨ ਡਿਸਟ੍ਰਿਕਟ ਚ। ਪੰਜਵਾਂ ਕੁਐਸਚਨ ਹੈ, ਇਹਨਾਂ ਵਿੱਚੋਂ ਕਿਹੜਾ ਊਰਜਾ ਦਾ ਨਵਿਆ ਉਦਯੋਗ ਸਰੋਤ ਹੈ। ਨਵਿਆਉਣਯੋਗ ਮਤਲਬ ਰਿਨਿਊਏਬਲ ਸੋਰਸ ਹੈ। ਸੋ ਬਹੁਤ ਈਜ਼ੀ ਕੁਐਸਚਨ ਹੈ, ਰਿਨਿਊਏਬਲ ਤੇ ਨਾਨ ਰਿਨਿਊਏਬਲ ਆਪਾਂ ਨੂੰ ਪੁੱਛ ਲਏ ਜਾਂਦੇ ਆ। ਠੀਕ ਹੈ। ਹੁਣ ਦੇਖੋ ਜਿਹੜਾ ਕੋਇਲਾ ਹੈ, ਕੋਇਲਾ ਤਾਂ ਨਾਨ ਰਿਨਿਊਏਬਲ ਹੈ, ਤਾਂ ਖਤਮ ਹੋ ਜਾਂਦਾ ਹੈ, ਜਾਂ ਫਿਰ ਪੋਲਿਊਸ਼ਨ ਨੂੰ ਕ੍ਰੀਏਟ ਕਰਦਾ ਹੈ। ਪੈਟਰੋਲ ਵੀ ਖਤਮ ਹੋ ਜਾਂਦਾ ਹੈ, ਪੋਲਿਊਸ਼ਨ ਕ੍ਰੀਏਟ ਕਰਦਾ ਹੈ। ਨੈਚੁਰਲ ਗੈਸ ਵੀ ਖਤਮ ਹੋ ਸਕਦੀ ਹੈ, ਪੋਲਿਊਸ਼ਨ ਨੂੰ ਕ੍ਰੀਏਟ ਕਰਦੀ ਹੈ। ਇੱਕੋ ਹੀ ਆਪਸ਼ਨ ਬਚੀ ਜਿਹੜੀ ਆਪਣੇ ਕੋਲ ਅਨਲਿਮਿਟਿਡ ਹੈ ਹਨਾ, ਖਤਮ ਨਹੀਂ ਹੋ ਸਕਦੀ, ਉਹ ਕਿਹੜੀ ਹੈ, ਸੂਰਜੀ ਊਰਜਾ। ਸੋ ਸੂਰਜੀ ਊਰਜਾ ਇਹਨਾਂ ਦੇ ਵਿੱਚੋਂ ਆਪਣੀ ਕਿਹੜੀ ਹੈ, ਰਿਨਿਊਏਬਲ ਸੋਰਸ, ਜਿਹਨੂੰ ਆਪਾਂ ਵਾਰ-ਵਾਰ ਯੂਜ਼ ਕਰ ਸਕਦੇ ਹਾਂ, ਖਤਮ ਨਹੀਂ ਹੋ ਸਕਦੀ। ਠੀਕ ਹੈ। ਸੂਰਜੀ ਊਰਜਾ। ਹੁਣ ਸੂਰਜ ਦੀ ਰੋਸ਼ਨੀ ਨੂੰ ਪ੍ਰਿਥਵੀ ਤੱਕ ਪਹੁੰਚਣ ਤੇ ਕਿੰਨਾ ਟਾਈਮ ਲੱਗਦਾ ਜੀ, 8 ਮਿੰਟ 16.6 ਸਕਿੰਟ। ਨੈਚੁਰਲ ਗੈਸ ਦੇ ਵਿੱਚ ਆਪਣੇ ਕੋਲ ਕਿਹੜੀ ਆ ਜਾਂਦੀ ਹੈ, ਨੈਚੁਰਲ ਗੈਸ ਚ ਆਪਣੇ ਕੋਲ ਆ ਜਾਂਦੀ ਹੈ ਮੇਨ ਗੈਸ ਮੀਥੇਨ। ਮੀਥੇਨ ਦਾ ਫਾਰਮੂਲਾ ਕੀ ਹੈ ਜੀ, CH4। ਠੀਕ ਹੈ ਜੀ। ਪੈਟਰੋਲ, ਡੀਜ਼ਲ, ਇਹ ਸਾਰੇ ਪੈਟਰੋਲੀਅਮ ਪ੍ਰੋਡਕਟਸ ਹੈ। ਹੁਣ ਜਿਵੇਂ ਆਪਾਂ ਕਹਿੰਦੇ ਹਾਂ ਕਰੂਡ ਆਇਲ, ਕਰੂਡ ਆਇਲ ਕੀ ਹੁੰਦਾ ਹੈ, ਕੱਚਾ ਤੇਲ, ਹਨਾ। ਕੱਚਾ ਤੇਲ ਆਪਾਂ ਨੂੰ ਸਮੁੰਦਰਾਂ ਚੋਂ ਮਿਲਦਾ, ਜਿਸ ਚੋਂ ਪੈਟਰੋਲ ਡੀਜ਼ਲ ਆਪਾਂ ਅਲੱਗ ਕਰ ਲੈਂਦੇ ਹਾਂ। ਸੋ ਜਿਹੜਾ ਕਰੂਡ ਆਇਲ ਹੈ ਇਹਦੇ ਲਈ ਇੱਕ ਰੈਵੋਲਿਊਸ਼ਨ ਆਈ ਸੀ, ਉਹਦਾ ਨਾਮ ਹੈ ਜੀ ਬਲੈਕ ਰੈਵੋਲਿਊਸ਼ਨ। ਸੋ ਬਲੈਕ ਰੈਵੋਲਿਊਸ਼ਨ। ਠੀਕ ਹੈ। ਤੇ ਕਰੂਡ ਆਇਲ ਨੂੰ ਵੈਸੇ ਆਪਾਂ ਬਲੈਕ ਗੋਲਡ ਵੀ ਕਹਿ ਦਿੰਦੇ ਹਾਂ, ਬਲੈਕ ਗੋਲਡ, ਕਾਲਾ ਸੋਨਾ। ਤੇ ਇੱਕ ਆਪਾਂ ਨੂੰ ਕੁਐਸਚਨ ਆ ਜਾਂਦਾ ਵੀ ਵਾਈਟ ਗੋਲਡ ਕਿਹਨੂੰ ਕਿਹਾ ਜਾਂਦਾ ਹੈ, ਵਾਈਟ ਗੋਲਡ ਕਿਹਨੂੰ ਕਿਹਾ ਜਾਂਦਾ ਹੈ। ਸੋ ਵਾਈਟ ਗੋਲਡ ਕਿਹਾ ਜਾਂਦਾ ਹੈ ਕਾਟਨ ਨੂੰ।
ठीक है जी। तो कॉटन की फसल के लिए किहड़ी सब तो ज़्यादा वधिया सॉइल होंगी है, वो होंगी है जी काली मिट्टी, ब्लैक सॉइल। ठीक है, सो ये आप याद रखना है। कोयला, कोयले ते क्वेश्चन आता है कोयले की सब तो प्योर फॉर्म दसो किहड़ी है, सो है जी एंथरासाइट। सो एंथरासाइट अपने कोयले की सब तो प्योर फॉर्म है। तो सब तो खराब जिहड़ी फॉर्म है वो है पीट, पीट सब तो की है पुअर, सब तो खराब है। सब तो प्योर किहड़ी होंदी है एंथरासाइट। क्लियर है जी। अगला क्वेश्चन देखो, 6वां क्वेश्चन है शोर प्रदूषण ਨੂੰ ਮਾਪਣ ਲਈ ਇਕਾਈ ਦੱਸਣੀ है। ठीक है जी, इकाइयां यूनिट्स ਆਪਾਂ ਨੂੰ ਪੁੱਛ ਲੈਂਦੇ। सो यूनिट्स इंपॉर्टेंट है। ठीक है, नॉइस, नॉइस पोल्यूशन ਨੂੰ ਮਾਪਣ ਦੇ ਲਈ यूनिट, सो ਇਹਨੂੰ नॉइस पोल्यूशन कह सकते हो या फिर ਤੁਸੀਂ साउंड कह सकते हो। ਇਹਨੂੰ ਮਾਪਣ ਦੇ ਲਈ ਜਿਹੜੇ ਆਪਣੇ यूनिट ਹੁੰਦੇ ਆ ਉਹ ਕੀ ਹੁੰਦੇ ਆ, डेसीबल। सो ਇਹ ਆਪਸ਼ਨ ਇਜ਼ ਦਾ ਕਰੈਕਟ ਆंसर। ਹੁਣ ਇਹਦੇ ਵਿੱਚ ਇੱਕ ਹੋਰ ਲਿਖਿਆ ਜਿਵੇਂ ਐਸਟਰੋਨੋਮਿਕਲ यूनिट, ਇਹਦੇ ਨਾਲ ਆਪਾਂ ਦੂਰੀ ਮਾਪਦੇ ਆ, डिस्टेंस। दूरी भी किहड़ी बहुत वड्डी दूरी, जे मान लो आप सूरज तो पृथ्वी की दूरी मापनी है, आप एस्ट्रोनोमिकल यूनिट च मापांगे। ठीक है, फोर्स, फोर्स के यूनिट आपको पूछ लेंगे किहड़े है, न्यूटन। प्रैशर के आपको यूनिट्स पूछ लेते हैं, प्रैशर की यूनिट की है, पास्कल। टेंपरेचर, तापमान की यूनिट की है, टेंपरेचर की यूनिट है जी केल्विन। ठीक है, पावर, पावर की यूनिट की है, वॉट। फ्रीक्वेंसी, फ्रीक्वेंसी के यूनिट्स की है, हर्ट्ज। एक आपको बहुत इंपॉर्टेंट पूछ लेंगे समुद्र की गहराई, डेप्थ ऑफ सी। डेप्थ ऑफ सी मतलब समुद्र की गहराई। सो समुद्र की गहराई नूं आपां किहदे च मापते हैं, ये अपने को यूनिट होंगे जी फैदम। बहुत इंपॉर्टेंट है भी याद रखने, फैदम। ठीक है जी। फिर आप कहने एनर्जी, ऊर्जा, एनर्जी नूं आपां किहदे च मापते हैं, जूल दे विच। ठीक है, सो ये सारे इंपॉर्टेंट यूनिट्स हैं, आप याद रखने हैं। ठीक है जी, नोट कर लो, स्क्रीनशॉट ले लो, रिवाइज कर लो फटाफट। सो साउंड दे डेसीबल, डेप्थ ऑफ सी फैदम, फोर्स दे न्यूटन, प्रैशर दे पास्कल, टेंपरेचर दे केल्विन, पावर दे वॉट, फ्रीक्वेंसी दे हर्ट्ज। क्लियर है जी। चलते नेक्स्ट क्वेश्चन ते। अगला देखो की है 7वां क्वेश्चन, समान कारज करन वाले समान कोशिकावां दे समूह नूं की कहा जाता है, द ग्रुप ऑफ सिमिलर सैल। इत्थों ही अपना क्वेश्चन आ जाता है, ग्रुप ऑफ सैल्स नूं आपां की कहने हैं, टिशू, टिशू। ठीक है, कोशिकावां दे समूह नूं आपां की कहने हैं जी, इहनूं आपां कहने हैं टिशूज। सो बिल्कुल ईजी क्वेश्चन है, ग्रुप ऑफ सैल्स नूं की कहांगे, टिशू। हुण टिशू दी बेस्ट एग्जांपल की है, ब्लड, जो अपना खून है। सो ये बहुत इंपॉर्टेंट क्वेश्चन पूछा जाता है, अपना ब्लड की है, अपना खून की है, जो अपना ब्लड है वो की है, कनैक्टिव टिशू, टिशू है। सैल, सैल मतलब कोशिका, कोशिका ते क्वेश्चन आता है स्टडी ऑफ सैल। सैल की स्टडी नूं आपां की कहने हैं, सैल की स्टडी नूं आपां कहने हैं साइटोलॉजी। साइटोलॉजी इज द स्टडी ऑफ सैल। हुण जिवें अपनी बॉडी च आरबीसी मिलते हैं, रेड ब्लड सैल, अपनी बॉडी च डब्ल्यूबीसी मिलते हैं, वाइट ब्लड सैल, सारे सैल है। ऑर्गन, ऑर्गन मतलब होंदा अंग। क्वेश्चन आता है लार्जेस्ट ऑर्गन ऑफ ह्यूमन बॉडी। सो लार्जेस्ट ऑर्गन ऑफ ह्यूमन बॉडी, अपने इंसानी शरीर का सब तो वड्डा अंग केड़ा हुंदा है, केड़ा हुंदा है जी, स्किन हुंदा है, चमड़ी, स्किन। ठीक है, तो स्किन की जिहड़ी स्टडी हुंदी है, स्टडी ऑफ स्किन, इहनूं आपां कहने हैं डरमेटोलॉजी, डरमेटोलॉजी। तो जिहड़ी चीज आपां नूं स्किन का कलर दसदी है, कलर कौन दसदी है, मैलानिन। मैलानिन अपने शरीर का कलर डिसाइड करती है, स्किन का। ठीक है, सो याद रख। अगला क्वेश्चन देखो, 8वां क्वेश्चन, मुड़के अते खून दीयां नाड़ियां दे वधन दे नाल चमड़ी शरीर नूं स्थिर बनाए रखण विच मदद करदी है। थ्रू परस्पिरेशन एंड एनलार्जिंग ऑफ ब्लड वेसल्स द स्किन हेल्प्स द बॉडी टू मेनटेन स्टडी। ठीक है, स्किन अपनी बॉडी नूं की मेनटेन करन दे विच हेल्प करदी है। सो ये भी क्वेश्चन मैं पिछली क्लास दे विच कराया सी, टेंपरेचर। सी ऑप्शन इज द करेक्ट आंसर, तापमान। सो अपनी बॉडी का तापमान कौन बना के रखता, अपनी स्किन, किहदे नाल, परस्पिरेशन या फिर एनलार्जिंग ऑफ ब्लड वेसल्स, जो भी अपन पसीना आंदा है। ठीक है, तो दूसरा जिवें हुण आपां फैट्स वगैरह खाने हैं, फैट्स अपनी स्किन के नीचे जमा होकर अपने बॉडी के टैंपरेचर नूं मेनटेन करदे हैं। सो आंसर होगा टेंपरेचर। टेंपरेचर दे आपां यूनिट्स भी पढ़ के आए पिछे, टेंपरेचर की यूनिट की है जी, केल्विन। जिहड़ा यूरिक एसिड हुंदा है, ये अपनी बॉडी च हड्डियां नूं मतलब दुखन ज़्यादा वध जाए तो अपनी बॉडी च एक बीमारी हो जाती है, जिन्हों आपां गठिया कहते हैं।
गठिया, ठीक है, गठिया जिन्होंने आप कहने आर्थराइटिस, आर्थराइटिस नाम की बीमारी हो जाती है यूरिक एसिड के ज़्यादा ਵਧਣ ਦੇ ਨਾਲ। बीपी, बीपी मतलब ਹੁੰਦਾ जी ब्लड ਪ੍ਰੈਸ਼ਰ। बीपी ਨੂੰ ਮਾਪਣ ਦੇ ਲਈ ਆਪਾਂ ਨੂੰ ਇਨਸਟਰੂਮੈਂਟ ਪੁੱਛ ਲੈਂਦੇ ਆ, ਕਿਹੜੇ ਇਨਸਟਰੂਮੈਂਟ, ਕਿਹੜੇ ਯੰਤਰ ਦੀ ਹੈਲਪ ਦੇ ਨਾਲ ਆਪਾਂ बीपी ਨੂੰ ਮਾਪਦੇ ਆ। ਤਾਂ ਯੰਤਰ ਕਿਹੜਾ ਹੁੰਦਾ ਜੀ, ਛੋਟਾ ਜਿਹਾ ਨਾਮ ਹੈ ਇਹਦਾ ਸਫਿਗਮੋਮੈਨੋमीटर, ठीक है जी, छोटा नाम है सफिगमोमैनोमीटर। क्लियर है, स्क्रीनशॉट कर लो इन्हों नाल नाल। चलते हैं अगले क्वेश्चन पे। 9वां क्वेश्चन है जी, विच ऑफ द फॉलोइंग इज नॉट ए प्लैनेट, ਕਿਹੜਾ ਇਹਨਾਂ ਦੇ ਵਿੱਚੋਂ ਗ੍ਰਹਿ ਨਹੀਂ ਹੈ। ਲਓ ਜੀ, ਇਹ ਤਾਂ ਬਹੁਤ ਈਜ਼ੀ ਕੁਐਸਚਨ ਹੈ। ਜਿਹੜੇ ਗ੍ਰਹਿ ਨਹੀਂ ਆਪਾਂ ਦੱਸਣਾ, ਇੱਕੋ ਹੀ ਚੀਜ਼ ਪਈ, ਉਹ ਕਿਹੜਾ, ਸੂਰਜ, सन। सूरज अपने ग्रह नहीं है। सूरज की है फिर, सूरज का तारा है, स्टार है। धरती अपना ग्रह है, धरती ਨੂੰ ਆਪਾਂ ਕੀ बोलते हैं, ब्लू प्लैनेट। मंगल ਨੂੰ ਆਪਾਂ ਕੀ बोलते हैं, रेड प्लैनेट, लाल ग्रह। ਤੇ ਵੀਨਸ ਨੂੰ ਆਪਾਂ ਕੀ बोलते हैं, ਵੀਨਸ ਨੂੰ ਆਪਾਂ बोलते हैं मॉर्निंग स्टार। और की बोलते हैं ਵੀਨਸ ਨੂੰ ਆਪਾਂ, ਈਵਨਿੰਗ स्टार। मॉर्निंग स्टार भी बोलते हैं ਵੀਨਸ ਨੂੰ, ਈਵਨਿੰਗ स्टार भी बोलते हैं। ਵੀਨਸ सब तो गर्म ग्रह भी है, हॉटेस्ट प्लैनेट भी है। ਵੀਨਸ सब तो ब्राइटेस्ट प्लैनेट भी है, सब तो चमकदार प्लैनेट भी है। ठीक है, अगला क्वेश्चन देखो, लो ये तो वही आ गया, मॉर्निंग स्टार ते इवनिंग स्टार। कहते सवेर ते शाम का तारा किसनों कहा जाता है, हुणे तो आप पढ़िया, किनू कहते हैं, ਵੀਨਸ, शुक्र नू। ठीक है जी, शुक्र है क्वेश्चन हुणे आ गया। सो शुक्र नू कहते हैं शाम ते सवेर का तारा। मार्स नू आपां की कहते सी, रेड प्लैनेट। नैपचून जिहड़ा है इनू आपां बोलते हैं कोल्डेस्ट प्लैनेट, सब तो ठंडा ग्रह, वो किहड़ा है, नैपचून। जुपिटर, बृहस्पति, ये अपना सब तो वड्डा ग्रह, लार्जेस्ट प्लैनेट। सो अपना सब तो वड्डा ग्रह किहड़ा है, जुपिटर। ते जुपिटर की जिहड़ी सैटेलाइट है वो भी अपने सौर मंडल की सब तो वड्डी सैटेलाइट है, उसका नाम की है गैनीमेडी। गैनीमेडी की है लार्जेस्ट सैटेलाइट ऑफ सोलर सिस्टम। सो अपने सोलर सिस्टम की सब तो वड्डी सैटेलाइट भी है गैनीमेडी। नेक्स्ट क्वेश्चन देखो, 11वां क्वेश्चन, वातावरणक लड़ी का सब तो उच्चा पद्धर है, द हाईएस्ट लैवल ऑफ इकोलॉजिकल हायरार्की। हाँ जी, सो अपने वातावरणक लड़ी का सब तो उच्चा पद्धर कौन है, परिस्थितिक प्रबंध, बायोस्फीयर, बायोम या फिर लैंडस्केप। सो ये अपना आंसर होगा बी ऑप्शन, दैट इज बायोस्फीयर। सो बायोस्फीयर अपनी पृथ्वी का वो हिस्सा है जिहदे आपां नूं लाइफ मिलती है, जान मिलती है। हाईएस्ट लैवल ऑफ इकोलॉजिकल हायरार्की की है बायोस्फीयर। 12वां क्वेश्चन अपने एग्जाम च आया सी, हेठां दिते राष्ट्रीय पार्कां विचों किहड़ा पहला हैली राष्ट्रीय पार्क वजों जाने जांदा है। देखो कहंदे किहड़ा नैशनल पार्क है जिहदा पहला नाम हैली नैशनल पार्क हुंदा सी। बहुत इंपॉर्टेंट क्वेश्चन है जी। सो देखो इसका आंसर है बी ऑप्शन, दैट इज जिम कॉर्बेट नैशनल पार्क। सो जिम कॉर्बेट नैशनल पार्क का पहला नाम की हुंदा सी, हैली नैशनल पार्क। तो जिम कॉर्बेट नैशनल पार्क या फिर हैली नैशनल पार्क, ये अपने इंडिया का फर्स्ट की है नैशनल पार्क, भारत का पहला नैशनल पार्क। आपको पूछ लैन तो आप आंसर की लाना है जिम कॉर्बेट या फिर हैली नैशनल पार्क, क्योंकि जिम कॉर्बेट नैशनल पार्क का पहला नाम की सी, हैली नैशनल पार्क केड़ी स्टेट दे विच है, उत्तराखंड च है। रणथंभौर जिहड़ा नैशनल पार्क है ये राजस्थान दे विच है। रणथंभौर नैशनल पार्क च टाइगर्स मिलते हैं, टाइगर। राजस्थान च एक होर है जिसका नाम है सरिस्का, सरिस्का टाइगर रिजर्व है। काजीरंगा ये बहुत फेमस है, काजीरंगा नैशनल पार्क कित्थे है, असम च। ते काजीरंगा दे विच आपां नूं मिलदा जी एक सिंग वाला गेंडा, वन हॉर्नड राइनोसोर। राइनोसोर मतलब गेंडा, एक सिंग वाला गेंडा। पेरियार जिहड़ा नैशनल पार्क है ये केरला च है, केरल अपनी स्टेट च है पेरियार नैशनल पार्क। सो ये सारे नैशनल पार्क इंपॉर्टेंट है जी, अपन सारे इंपॉर्टेंट मेन अपने नैशनल पार्क्स के नाम अपन पता होने चाहिए, भी अपन एग्जाम पूछ लेंगे। चलते नेक्स्ट क्वेश्चन ते। 13वां क्वेश्चन आया इस एग्जाम इस दे जलन ते डाइऑक्सिन वातावरण विच मुक्त हुंदा है। डाइऑक्सिन्स आर रिलीज्ड इनटू द एनवायरनमेंट ऑन द बर्निंग ऑफ। किहड़ी चीज नूं गरम करन ते जलान ते डाइऑक्सिन्स प्रोड्यूस हुंदे है वातावरण च, वो चीज है जी प्लास्टिक, ई प्लास्टिक। सो प्लास्टिक नूं बर्न करन ते वातावरण दे विच की प्रोड्यूस हुंदा है, डाइऑक्सिन्स, जो कि हानिकारक है। सो प्लास्टिक की हुंदा है,
प्लास्टिक ਨੂੰ ਆਪਾਂ PVC भी बोलते हैं। PVC की फुल फॉर्म है जी पॉली विनाइल क्लोराइड, ठीक है, पॉली विनाइल क्लोराइड PVC, ठीक है जी। ਲੱਕੜ की हुंदा ਲੱਕੜ, ਲੱਕੜ ਨੂੰ ਆਪਾਂ कह ਦਿੰਦੇ हैं इंसुलेटर। इंसुलेटर का मतलब ये है जो अपने विचों करंट ਨੂੰ पास करन नहीं दिंदा, ठीक है। पेपर की हुंदा कागज, हुण कागज की खोज किहड़े देश ने की सी? चाइना ने। या फिर आप कह लीए भी किहड़ा पहला देश सीगा जिन्हें कागज की करंसी बनाई सी? वो सीगा जी चाइना। चाइना पहला देश सी जिन्हें कागज की करंसी बनाई सी। जे आपां नूं क्वेश्चन आ जाए भी प्लास्टिक की करंसी पहला किन्ने बनाई सी, फिर अपना आंसर हो जाऊगा आस्ट्रेलिया। आस्ट्रेलिया पहला देश सी जिन्हें प्लास्टिक की करंसी बनाई सी। अपने भारत दे विच किहड़ी करंसी चल रही है हुण? कागज की, ठीक है। हो सकता है आने वाले टाइम च आपां नूं भी भारत च प्लास्टिक की करंसी देखने नूं मिले, है ना। तो हो सकता है भी 10 रुपए के जिहड़े नवे नोट आउणगे वो प्लास्टिक के आ जाण, ठीक है। 14वां क्वेश्चन देखो की आया सी, हेठां दिते समुद्री वातावरण प्रणालियां विचों किहड़ा जैविक विभिन्नता विच बहुत अमीर है? सो विच ऑफ द फॉलोइंग मरीन इकोसिस्टम इज वेरी रिच इन बायोडाइवर्सिटी? अच्छा क्वेश्चन है जी, बहुत अच्छा क्वेश्चन है। इसका आंसर होगा सी ऑप्शन, दैट इज कोरल रीफ। देखो कोरल रीफ की है, देखो पहली चीज तो मरीन इकोसिस्टम की गल की है। मरीन इकोसिस्टम होंदा अपने समुद्र के अंदर। सो अपने समुद्र के अंदर भी बहुत सारे जीव जंतु पेड़ पौधे होंगे है। हुण कोरल रीफ्स की होंदियां अपने समुद्र के अंदर बहुत ही रंग बिरंगियां सोहने सोहने वनस्पति मिलती है, उन्होंने आपां कोरल रीफ कह देंगे, ठीक है। सो ये सब तो ज़्यादा आपां नूं सब तो अमीर जिहड़ी कि जैविक विभिन्नता आपां नूं देखण नूं मिलती है, बायोडाइवर्सिटी देखण नूं मिलती है, कोरल रीफ च ही है। ते कोरल रीफ्स दुनिया की सब तो वड्डी कोरल रीफ कित्थे है? वो आस्ट्रेलिया च है, आस्ट्रेलिया च। ते उहदा नाम की है? उहदा नाम है द ग्रेट बैरियर रीफ। बहुत वड्डी कोरल रीफ्स है समुद्र के अंदर, वो आस्ट्रेलिया च है। तो उहदा नाम भी आपां नूं पुछ लैंदे की उहदा नाम द ग्रेट बैरियर रीफ, वेरी इंपॉर्टेंट। आस्ट्रेलिया की जिहड़ी राजधानी है, आस्ट्रेलिया की राजधानी की है? कैनबेरा। आस्ट्रेलिया का एक निकनेम भी है, आस्ट्रेलिया नूं आपां होर की कह दिंदे हैं? लैंड ऑफ कंगारूस, कंगारू बहुत होंदे जिथे। दूसरा आस्ट्रेलिया नूं आपां आइलैंड कॉन्टीनेंट भी कह दिंदे हैं, चारों पासों पानी तो घिरिया, आइलैंड भी है कॉन्टीनेंट भी है। आस्ट्रेलिया नूं आपां लैंड ऑफ गोल्डन फ्लीस भी कह दिंदे हैं, लैंड ऑफ गोल्डन फ्लीस। सो ये भी आप किनू कह दें? आस्ट्रेलिया। क्लियर है? सो आंसर होगा अपना सी ऑप्शन। सो नोट कर लो फटाफट, स्क्रीनशॉट ले लो। चलिए फिर अगले क्वेश्चन पे। चलो लास्ट क्वेश्चन देखते हैं आप। अगला क्वेश्चन क्या है जी, इन्हां विचों किहड़े जीव दे विच पिंजर की घाट हुंदी है? पिंजर मतलब स्कैल्टन नहीं हुंदा। स्कैल्टन की हुंदा? हड्डियां का ढांचा नहीं हुंदा। देखो जिहड़ा डड्डू हुंदा, डड्डू इहदे च तां हुंदा है, मच्छी च भी हुंदियां, सप च भी हुंदियां, लेकिन जिहड़े गंडोए हुंदे है अर्थवॉर्म्स, इहदे विच पिंजर की घाट मतलब पिंजर इहदे विच नहीं हुंदा, स्कैल्टन इहदे विच नहीं हुंदा। सो आंसर होगा सी ऑप्शन, ठीक है जी। सप हुंदा, इस ते क्वेश्चन आ जांदा स्टडी ऑफ स्नेक्स। सप की स्टडी नूं आपां की कह दिंदे? सो स्टडी ऑफ स्नेक्स नूं आपां कह दिंदे सरपेंटोलॉजी, सरपेंटोलॉजी। ये की हुंदा? स्टडी ऑफ स्नेक्स। फिशिस जिहड़ियां हुंदियां, फिशिस की भी स्टडी हुंदी है, स्टडी ऑफ फिशिस। मछलियां की स्टडी नूं आपां की कह दिंदे? जिहड़ी मछली होती है, मछली की स्टडी को क्या कहते हैं? उन्होंने कहते हैं इस्थायोलॉजी, 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 ठीक है। लेकिन एक क्वेश्चन आप आंदा नूं मछली पालन, मछली पालना, मछली पालन नूं आपां की बोलते हैं? मछली पालन का मतलब की हुंदा है? इन्हों आपां बोलते हैं इंग्लिश रेयरिंग ऑफ फिशिस, इन्हों आपां बोलते हैं पिस्सीकल्चर, पिस्सीकल्चर। सो मछली पालन नूं आपां की बोलते हैं? पिस्सीकल्चर, ठीक है। ते उवें आपां नूं एक क्वेश्चन आ जांदा है सैरीकल्चर। सैरीकल्चर की हुंदा है? सैरीकल्चर हुंदा अपना रेयरिंग ऑफ सिल्क वॉर्म्स, रेयरिंग ऑफ सिल्क वॉर्म्स। सिल्क वॉर्म्स की हुंदा है? सिल्क वॉर्म्स हुंदा है जी रेशम के कीड़े,
रेशम के कीड़े, रेशम के कीड़े पालना। सो रेशम के कीड़े पालना ਨੂੰ ਆਪਾਂ ਕੀ ਕਹਿੰਦੇ ਆ ਸੈਰੀਕਲਚਰ, ਇਹ ਵੀ ਆਪਾਂ ਯਾਦ ਰੱਖ। ਕਲੀਅਰ ਹੈ ਜੀ। ਚਲੋ ਸੋ ਇਹ ਸੀ ਅੱਜ ਦੇ ਆਪਣੇ ਇੰਪੋਰਟੈਂਟ ਕੁਐਸਚਨਸ। ਆਈ ਹੋਪ ਤੁਹਾਨੂੰ ਸੈਸ਼ਨ ਅੱਛਾ ਲੱਗਿਆ। ਸੈਸ਼ਨ ਅੱਛਾ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਗਰੁੱਪਸ ਫੈਮਿਲੀ ਫਰੈਂਡਸ ਦੇ ਵਿੱਚ। ਸੋ ਅੱਜ ਲਈ ਨਹੀਂ ਕਰਦੇ, ਮਿਲਾਂਗੇ ਫਿਰ ਆਪਣੇ ਅਗਲੀ ਪਾਰਟ ਦੇ ਵਿੱਚ ਨੈਕਸਟ ਇੰਪੋਰਟੈਂਟ ਕੁਐਸਚਨਸ ਦੇ ਨਾਲ। ਸੋ ਮੇਰਾ ਨਾਮ ਹੈ ਮੋਹਿਤ ਢਿੰਗਰਾ, ਮਿਲਦੇ ਆਪਣੇ ਨੈਕਸਟ ਪਾਰਟ ਦੇ ਵਿੱਚ। ਟਿਲ ਦੈਨ ਥੈਂਕ ਯੂ, ਬੈਸਟ ਆਫ ਲੱਕ, ਗੋਡ ਬlesਸ ਯੂ ਆਲ।